सत श्री अकाल ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਦੇ ਕਿੰਨੇ ਹੋ ਗਏ ਨੇ ਅੰਕੜੇ, ਹਰ ਸੂਬੇ ਦੇ ਵਿੱਚ ਕਿੰਨੀਆਂ ਹੋ ਚੁੱਕੀਆਂ ਨੇ ਮੌਤਾਂ ਤੇ ਹਰ ਸੂਬੇ ਦੇ ਵਿੱਚ ਕਿੰਨੇ ਵਿਅਕਤੀ ਠੀਕ ਵੀ ਹੋ ਚੁੱਕੇ ਨੇ। ਕਿਊਬੈਕ ਵਿੱਚ 40 ਤੋਂ ਵੱਧ ਸਕੂਲੀ ਬੱਚਿਆਂ ਤੇ ਸਟਾਫ ਮੈਂਬਰਸ ਨੂੰ 2 ਹਫ਼ਤੇ ਦੇ ਵਿੱਚ ਹੋਇਆ ਕੋਵਿਡ-19। 11 ਮਈ ਤੋਂ ਖੋਲ੍ਹੇ ਗਏ ਸੀ ਸਕੂਲ। ਕਈ ਸੂਬਿਆਂ ਨੇ ਇਮੀਗ੍ਰੇਸ਼ਨ ਦਾ ਕੰਮ ਮੁੜ ਤੋਂ ਕੀਤਾ ਸ਼ੁਰੂ। ਕੱਲ ਸਸਕੈਚਵਨ ਦੇ ਵੱਲੋਂ ਸੈਂਕੜੇ ਵਿਅਕਤੀਆਂ ਨੂੰ PR ਵਾਸਤੇ ਦਿੱਤੇ ਗਏ ਇਨਵੀਟੇਸ਼ਨ। ਜੇਕਰ ਕਿਰਾਇਆ ਮੋੜਨ ਦੇ ਵਾਸਤੇ ਦਬਾਅ ਪਾਇਆ ਗਿਆ ਤਾਂ ਕੈਨੇਡਾ ਦੀਆਂ 에ਅਰਲਾਈਨਸ ਹੋ ਜਾਣਗੀਆਂ ਫੇਲ, ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਬਿਆਨ ਕੀਤਾ ਜਾਰੀ। ਨੋਵਾ ਸਕੋਸ਼ੀਆ ਵਿੱਚ ਜੂਨ 5 ਤੋਂ ਕਈ ਬਿਜ਼ਨਸ ਖੋਲ੍ਹਣ ਦਾ ਕੀਤਾ ਹੋਇਆ ਐਲਾਨ, ਪਰ ਕਈ ਬਿਜ਼ਨੈਸਿਸ ਨੇ ਕਿਹਾ ਕਿ ਉਹ ਅਜੇ ਤਿਆਰ ਨਹੀਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖੇਤੀ ਕਾਮਿਆਂ ਦੀ ਕਮੀ ਦੇ ਕਰਕੇ ਵੱਡੀਆਂ ਚੁਣੌਤੀਆਂ, ਕਰੀਬ 8000 ਕਾਮਿਆਂ ਦੀ ਲੋੜ। ਰਿਚਮੰਡ RCMP ਨੇ ਜਾਰੀ ਕੀਤੀ ਜਾਣਕਾਰੀ, ਇੱਕ ਵਿਅਕਤੀ ਦੇ ਉੱਤੇ ਨਸਲੀ ਹਮਲਾ ਹੋਇਆ। ਬ੍ਰਿਟਿਸ਼ ਕੋਲੰਬੀਆ ਵਿੱਚ ਜੂਨ 1 ਤੋਂ ਸਕੂਲ ਜ਼ੋਨ ਵਿੱਚ ਵਾਹਨਾਂ ਨੂੰ ਰਫ਼ਤਾਰ ਦਾ ਧਿਆਨ ਰੱਖਣ ਵਾਸਤੇ ਚੇਤਾਵਨੀ ਜਾਰੀ। ਇਸ ਦੇ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਭਰ ਦੇ ਅੰਕੜਿਆਂ ਤੋਂ। ਕੈਨੇਡਾ ਭਰ ਵਿੱਚ ਜਿੱਥੇ ਇੱਕ ਪਾਸੇ ਸੂਬਿਆਂ ਦੇ ਵਿੱਚੋਂ ਮਾਮਲੇ ਕੋਰੋਨਾ ਵਾਇਰਸ ਦੇ ਆਉਣੇ ਘਟ ਗਏ ਨੇ ਤੇ ਆਰਥਿਕਤਾ ਨੂੰ ਖੋਲ੍ਹਿਆ ਜਾ ਰਿਹਾ ਹੈ, ਤਾਂ ਜਿੱਥੇ ਇੱਕ ਪਾਸੇ ਕਿਊਬੈਕ ਤੇ ਓਨਟਾਰੀਓ ਤੋਂ ਵੀ ਮਾਮਲੇ ਸਾਹਮਣੇ ਤਾਂ ਆ ਰਹੇ ਨੇ, ਪਰ ਪਹਿਲਾਂ ਦੇ ਮੁਤਾਬਕ ਉਹ ਘਟ ਗਏ ਨੇ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵੀ ਆ ਰਹੇ ਨੇ। ਪਰ ਪਹਿਲਾਂ ਕਾਫੀ ਜ਼ਿਆਦਾ, ਕਈ ਵਾਰ ਤਾਂ ਹਜ਼ਾਰਾਂ ਵੀ ਮਾਮਲੇ ਸਾਹਮਣੇ ਆਏ ਨੇ, ਪਰ ਹੁਣ ਕਾਫੀ ਜਿਹੜੀ ਗਿਣਤੀ ਹੈ ਪਹਿਲਾਂ ਨਾਲੋਂ ਘੱਟ ਗਈ ਹੈ। ਤੇ ਤੁਹਾਨੂੰ ਹੁਣ ਦਿਖਾਉਂਦੇ ਕਿ ਹਰ ਸੂਬੇ ਦੇ ਵਿੱਚੋਂ ਆਖਿਰ ਕਿੰਨੇ ਅੰਕੜੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ, ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਤੇ ਹਰ ਸੂਬੇ ਦੇ ਵਿੱਚ ਕਿੰਨੇ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 99,407 ਹੋ ਚੁੱਕੀ ਹੈ। 6979 ਮੌਤਾਂ ਹੋ ਚੁੱਕੀਆਂ ਨੇ। 46,931 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਅਲਬਰਟਾ ਤੋਂ 6979 ਵਿਅਕਤੀ ਕੋਰੋਨਾ ਵਾਇਰਸ ਤੋਂ ਹੁਣ ਤੱਕ ਮਰੀਜ਼ ਹੋਏ ਨੇ। 143 ਮੌਤਾਂ ਹੋਈਆਂ ਨੇ। 6220 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ 2562 ਮਰੀਜ਼ ਨੇ। 164 ਮੌਤਾਂ ਹੋਈਆਂ ਨੇ। 2153 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਮੈਨੀਟੋਬਾ ਤੋਂ 294 ਮਰੀਜ਼ ਨੇ। 7 ਮੌਤਾਂ ਹੋਈਆਂ ਨੇ ਤੇ 273 ਪੂਰੀ ਤਰ੍ਹਾਂ ਠੀਕ ਹੋ ਗਏ ਨੇ। ਨਿਊ ਬ੍ਰੰਸਵਿਕ ਤੋਂ 128 ਮਰੀਜ਼ ਨੇ ਤੇ ਮੌਤ ਉੱਥੇ ਕੋਈ ਵੀ ਨਹੀਂ ਹੋਈ ਤੇ ਉੱਥੇ 120 ਹੁਣ ਤੱਕ ਪੂਰੀ ਤਰ੍ਹਾਂ ਠੀਕ ਵੀ ਹੋ ਗਏ ਨੇ। ਨਿਊਫਾਊਂਡਲੈਂਡ ਤੋਂ 261 ਮਰੀਜ਼ ਨੇ। 3 ਮੌਤਾਂ ਹੋਈਆਂ ਨੇ ਤੇ 255 ਪੂਰੀ ਤਰ੍ਹਾਂ ਠੀਕ ਹੋ ਗਏ ਨੇ। ਨੋਵਾ ਸਕੋਸ਼ੀਆ ਤੋਂ 1055 ਮਰੀਜ਼ ਨੇ। 59 ਮੌਤਾਂ ਹੋਈਆਂ ਨੇ ਤੇ 978 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਓਨਟਾਰੀਓ ਤੋਂ 27,210 ਮਰੀਜ਼ ਨੇ। 2297 ਮੌਤਾਂ ਹੋਈਆਂ ਨੇ ਤੇ 20,983 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਰੀਜ਼ ਨੇ ਤੇ 27 ਹੀ ਠੀਕ ਹੋ ਚੁੱਕੇ ਨੇ। ਕਿਊਬੈਕ ਤੋਂ 50,232 ਮਰੀਜ਼ ਨੇ। 4363 ਮੌਤਾਂ ਹੋ ਚੁੱਕੀਆਂ ਨੇ ਤੇ 15,908 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। ਸਸਕੈਚਵਨ ਤੋਂ 641 ਮਰੀਜ਼ ਨੇ। 10 ਮੌਤਾਂ ਹੋਈਆਂ ਨੇ ਤੇ 570 ਪੂਰੀ ਤਰ੍ਹਾਂ ਠੀਕ ਹੋ ਗਏ ਨੇ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਰੀਜ਼ ਨੇ ਤੇ 5 ਹੀ ਪੂਰੀ ਤਰ੍ਹਾਂ ਠੀਕ ਹੋ ਗਏ ਨੇ। ਯੂਕੋਨ ਤੋਂ 11 ਮਰੀਜ਼ ਨੇ ਤੇ 11 ਹੀ ਪੂਰੀ ਤਰ੍ਹਾਂ ਠੀਕ ਹੋ ਗਏ ਨੇ। ਕਿਊਬੈਕ ਦੇ ਵਿੱਚ ਜਦੋਂ ਫੈਸਲਾ ਲਿਆ ਗਿਆ ਸੀ ਕਿ ਸਕੂਲਾਂ ਨੂੰ ਮੁੜ ਤੋਂ ਖੋਲ੍ਹਿਆ ਜਾਵੇਗਾ, ਐਲੀਮੈਂਟਰੀ ਸਕੂਲਸ ਨੂੰ ਖੋਲ੍ਹਣ ਦੇ ਵਾਸਤੇ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸੀ। 11 ਮਈ ਤੋਂ ਸਕੂਲ ਖੋਲ੍ਹੇ ਗਏ ਤੇ ਕਈ ਸਵਾਲ ਵੀ ਇਸ ਦੇ ਉੱਤੇ ਉੱਠੇ ਸਨ, ਕਿਉਂਕਿ ਕਿਊਬੈਕ ਸੂਬੇ ਤੋਂ ਹੀ ਸਭ ਤੋਂ ਜ਼ਿਆਦਾ ਮਾਮਲੇ ਕੋਰੋਨਾ ਵਾਇਰਸ ਦੇ ਹੁਣ ਤੱਕ ਸਾਹਮਣੇ ਆਏ ਨੇ ਤੇ ਆ ਵੀ ਰਹੇ ਨੇ ਤੇ ਮੌਤਾਂ ਦੀ ਗਿਣਤੀ ਵੀ ਉੱਥੇ ਕਾਫੀ ਜ਼ਿਆਦਾ ਹੈ। ਪਰ ਕਿਊਬੈਕ ਦੇ ਵਿੱਚ ਫਿਰ ਵੀ ਐਲੀਮੈਂਟਰੀ ਸਕੂਲਾਂ ਨੂੰ 11 ਮਈ ਤੋਂ ਖੋਲ੍ਹ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਤੱਕ 40 ਤੋਂ ਵੱਧ ਬੱਚੇ ਤੇ ਸਟਾਫ ਮੈਂਬਰਸ ਨੂੰ ਕੋਰੋਨਾ ਵਾਇਰਸ ਹੋ ਚੁੱਕਿਆ ਹੈ। ਕਿਊਬੈਕ ਵਿੱਚ ਮੌਂਟਰੀਅਲ ਨੂੰ ਛੱਡ ਕੇ ਹੋਰ ਥਾਵਾਂ ਦੇ ਉੱਤੇ ਐਲੀਮੈਂਟਰੀ ਸਕੂਲ ਮਈ 11 ਤੋਂ ਖੋਲ੍ਹੇ ਗਏ ਸਨ, ਪਰ ਮਈ 11 ਤੋਂ ਬਾਅਦ ਹੁਣ ਤੱਕ 2 ਹਫ਼ਤੇ ਦੇ ਸਮੇਂ ਦਰਮਿਆਨ 40 ਤੋਂ ਵੱਧ ਸਟਾਫ ਮੈਂਬਰ ਤੇ ਵਿਦਿਆਰਥੀਆਂ ਨੂੰ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ ਹੈ। ਇਸ ਸੰਬੰਧੀ ਕਿਊਬੈਕ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਅੱਜ ਤੇ ਇਸ ਦੀ ਪੁਸ਼ਟੀ ਵੀ ਕੀਤੀ ਗਈ ਹੈ ਕਿ ਮਈ 25 ਤੱਕ 19 ਵਿਦਿਆਰਥੀ ਤੇ 22 ਸਟਾਫ ਮੈਂਬਰਸ ਨੂੰ ਕੋਵਿਡ-19 ਤੋਂ ਪੀੜਤ ਪਾਇਆ ਜਾ ਚੁੱਕਿਆ ਹੈ ਤੇ ਇਹ ਉਹਨਾਂ ਦਿਨਾਂ ਦੇ ਦਰਮਿਆਨ ਪਾਇਆ ਗਿਆ ਹੈ ਜੋ 2 ਹਫ਼ਤੇ ਸਕੂਲ ਖੁੱਲ੍ਹੇ ਰਹੇ ਨੇ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਮੌਂਟਰੀਅਲ ਦੇ ਉੱਤਰ ਵੱਲ ਤੇ ਸਾਊਥ ਈਸਟ ਦੇ ਵੱਲ 10-10 ਕੇਸਾਂ ਦੇ ਹੋਣ ਦੀ ਗੱਲ ਕਹੀ ਗਈ ਹੈ।
इस सर्वेखण ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਜੇ ਵੀ ਕਈ ਸਕੂਲ ਹੈਗੇ ਨੇ ਜਿਨ੍ਹਾਂ ਦਾ ਅੰਕੜਾਂ ਤੱਕ ਕੋਲ ਨਹੀਂ ਪਹੁੰਚਿਆ, ਯਾਨੀ ਕਿ ਹੋ ਸਕਦਾ ਹੈ ਕਿ ਹੋਰ ਜ਼ਿਆਦਾ ਵਿਦਿਆਰਥੀ ਤੇ ਸਟਾਫ ਮੈਂਬਰ ਕੋਵਿਡ-19 ਤੋਂ ਪੀੜਤ ਹੋਏ ਹੋਣ। ਇਸ ਦੇ ਨਾਲ ਹੀ ਡੇ ਕੇਅਰ ਸੈਂਟਰਸ ਦੇ ਵਿੱਚ ਵੀ ਕਿਊਬੈਕ ਸਿਟੀ ਵਿੱਚ ਬੱਚਿਆਂ ਨੂੰ ਕਰੋਨਾ ਵਾਇਰਸ ਤੋਂ ਪੀੜਤ ਪਾਉਣ ਦੇ ਮਾਮਲੇ ਸਾਹਮਣੇ ਆਏ ਨੇ ਤੇ ਇਸੇ ਦੇ ਨਾਲ ਜਾਣਕਾਰੀ ਇਹ ਵੀ ਸਾਂਝੀ ਕੀਤੀ ਗਈ ਹੈ ਕਿ ਕਿਊਬੈਕ ਵਿੱਚ ਸ਼ੁੱਕਰਵਾਰ ਦੇ ਦਿਨ ਤੱਕ 50,000 ਦੀ ਗਿਣਤੀ ਪਾਰ ਹੋ ਗਈ ਹੈ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ, ਜਦ ਕਿ ਇੱਕ ਦਿਨ ਦੇ ਵਿੱਚ 530 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 61 ਨਵੀਆਂ ਮੌਤਾਂ ਦੇ ਮਾਮਲੇ ਸਾਹਮਣੇ ਆਏ ਨੇ। ਜਿਸ ਸੰਬੰਧੀ ਪ੍ਰੀਮੀਅਰ ਦੇ ਵੱਲੋਂ ਬਾਰ-ਬਾਰ ਇਹੋ ਕਿਹਾ ਜਾ ਰਿਹਾ ਹੈ, ਜਿਨ੍ਹਾਂ ਨੇ ਅੱਜ ਵੀ ਜ਼ਿਕਰ ਕੀਤਾ ਕਿ ਸਭ ਤੋਂ ਜ਼ਿਆਦਾ ਵੱਡੀ ਚੁਣੌਤੀ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਸਟਾਫ ਨੂੰ ਲੈ ਕੇ ਆ ਰਹੀ ਹੈ, ਜਿੱਥੇ ਕਿ ਤਨਖਾਹਾਂ ਵੀ ਵਧਾਈਆਂ ਗਈਆਂ ਨੇ, ਲੋਕਾਂ ਨੂੰ ਨੌਕਰੀ ਦੇ ਵਾਸਤੇ ਵੱਖੋ-ਵੱਖਰੇ ਲਾਲਚ ਵੀ ਦਿੱਤੇ ਜਾ ਰਹੇ ਨੇ, ਪਰ ਫਿਰ ਵੀ ਲੌਂਗ ਟਰਮ ਕੇਅਰ ਹੋਮਸ ਦੇ ਵਿੱਚ ਕਾਮਿਆਂ ਦੀ ਕਮੀ ਨਾਲ ਕਾਫੀ ਜ਼ਿਆਦਾ ਸੂਬਾ ਜੂਝ ਰਿਹਾ ਹੈ। ਜਿਸ ਸੰਬੰਧੀ ਕੈਂਪੇਨ ਵੀ ਸ਼ੁਰੂ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ, ਜਿਸ ਤਹਿਤ 10,000 ਵਿਅਕਤੀਆਂ ਨੂੰ ਕੰਮ ਦੇ ਉੱਤੇ ਰੱਖਣ ਵਾਸਤੇ ਟੀਚਾ ਰੱਖਿਆ ਗਿਆ ਹੈ ਕਿ ਸਤੰਬਰ ਦੇ ਮੱਧ ਤੱਕ ਕੇਅਰ ਹੋਮਸ ਦੇ ਵਿੱਚ 10,000 ਤੋਂ ਜ਼ਿਆਦਾ ਵਿਅਕਤੀਆਂ ਨੂੰ ਨੌਕਰੀ ਦੇ ਦਿੱਤੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਸੂਬੇ ਵਿੱਚ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਕੇਅਰ ਹੋਮਸ ਦੇ ਵਿੱਚ ਫੌਜੀ ਇਸ ਸਮੇਂ ਕੰਮ ਕਰਨ ਦੇ ਵਿੱਚ ਲੱਗੇ ਹੋਏ ਨੇ, ਜਿਨ੍ਹਾਂ ਵੱਲੋਂ ਮਦਦ ਦਿੱਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਮੌਂਟਰੀਅਲ ਤੋਂ ਇਲਾਵਾ ਹੋਰ ਖੇਤਰਾਂ ਦੇ ਵਿੱਚ ਖੋਲ੍ਹਿਆ ਗਿਆ ਸੀ ਸਕੂਲਾਂ ਨੂੰ, ਜਿੱਥੋਂ ਇਹ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਹਜੇ ਵੀ ਕਈ ਅਜਿਹੇ ਬੋਰਡ ਹਨ ਜਿਨ੍ਹਾਂ ਦੇ ਵੱਲੋਂ ਅੰਕੜੇ ਸਾਂਝੇ ਨਹੀਂ ਕੀਤੇ ਗਏ ਨੇ ਤੇ ਹੋ ਸਕਦਾ ਹੈ ਕਿ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਹੋਵੇ, ਜਿਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ। ਕਿਉਂਕਿ ਹੁਣ ਜੇਕਰ ਕਿਸੇ ਸਟਾਫ ਮੈਂਬਰ ਜਾਂ ਵਿਦਿਆਰਥੀ ਦੇ ਕਰੋਨਾ ਵਾਇਰਸ ਦੇ ਪੀੜਤ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਜਦੋਂ ਘਰ ਗਿਆ ਤਾਂ ਆਪਣੇ ਘਰ ਦੇ ਵਿੱਚ ਉਹ ਹੋ ਸਕਦਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਵੀ ਕਰੋਨਾ ਵਾਇਰਸ ਦੇ ਚੁੱਕਿਆ ਹੋਵੇ। ਉਸ ਤੋਂ ਜਿਹੜਾ ਸਭ ਤੋਂ ਜ਼ਿਆਦਾ ਅੰਕੜਿਆਂ ਦੇ ਵਿੱਚ ਵਾਧਾ ਸਾਹਮਣੇ ਆਉਣਾ ਸ਼ੁਰੂ ਹੁੰਦਾ ਹੈ, ਕਿਉਂਕਿ ਜਿੰਨੇ ਵੀ ਵਿਅਕਤੀਆਂ ਦੇ ਸੰਪਰਕ ਵਿੱਚ ਆਉਂਦੇ ਨੇ ਅੱਗੇ ਤੋਂ ਅੱਗੇ ਕਰੋਨਾ ਵਾਇਰਸ ਹੋਰ ਜ਼ਿਆਦਾ ਫੈਲਦਾ ਜਾਂਦਾ ਹੈ ਤੇ ਇੱਥੇ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ। ਤੇ ਕਿਊਬੈਕ ਦੇ ਵਿੱਚ ਖਾਸ ਐਲਾਨ ਇਹ ਵੀ ਕੀਤਾ ਗਿਆ ਕਿ ਗਿਣਤੀ ਨੂੰ ਲੈ ਕੇ ਕਿ ਜ਼ਿਆਦਾ ਤੋਂ ਜ਼ਿਆਦਾ ਟੈਸਟ ਕੀਤੇ ਜਾਣ, ਜ਼ਿਆਦਾ ਤੋਂ ਜ਼ਿਆਦਾ ਇਹ ਧਿਆਨ ਰੱਖਿਆ ਜਾਵੇ ਕਿ ਕੌਣ ਕਿਸ ਦੇ ਸੰਪਰਕ ਵਿੱਚ ਆ ਰਿਹਾ ਹੈ ਤਾਂ ਕਿ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਰਹਿਣ ਦੇ ਲਈ ਕਿਹਾ ਜਾਵੇ। ਕੰਮ ਕੀਤਾ ਜਾ ਰਿਹਾ ਹੈ। ਵੱਖੋ ਵੱਖਰੇ ਸੂਬਿਆਂ ਵਿੱਚ ਆਰਥਿਕਤਾ ਨੂੰ ਖੋਲ੍ਹਣ ਦੇ ਨਾਲ ਇਮੀਗ੍ਰੇਸ਼ਨ ਦੇ ਕੰਮ ਵੀ ਸ਼ੁਰੂ ਕੀਤੇ ਜਾ ਰਹੇ ਨੇ, ਜੋ ਸੂਬਿਆਂ ਦੇ ਵੱਲੋਂ PNP ਪ੍ਰੋਗਰਾਮ ਤਹਿਤ PR ਦੇਣ ਦੀ ਪ੍ਰਕਿਰਿਆ ਚਲਾਈ ਜਾਂਦੀ ਹੈ। ਤਾਂ ਉਸ ਦੇ ਵਿੱਚ ਸਸਕੈਚਵਨ ਨੇ ਕੱਲ ਕਾਫੀ ਦਿਨਾਂ ਤੋਂ ਬਾਅਦ ਸੈਂਕੜੇ ਇਨਵੀਟੇਸ਼ਨ ਲੈਟਰ ਦਿੱਤੇ ਨੇ ਪ੍ਰਵਾਸੀਆਂ ਨੂੰ, ਜਿਸ ਤਹਿਤ PNP ਦੇ ਅਧੀਨ ਉਹਨਾਂ ਦੇ ਪੱਕੇ ਹੋਣ ਦੀ ਪ੍ਰਕਿਰਿਆ ਹੈ ਜੋ ਅੱਗੇ ਸ਼ੁਰੂ ਹੋ ਜਾਂਦੀ ਹੈ। ਉਸ ਦਾ ਕਾਗਜ਼ ਪੱਤਰ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਇਸ ਦੇ ਵਿੱਚ ਜੋ ਘੱਟੋ ਘੱਟ ਸਕੋਰ ਹੈ ਉਹ 78 ਤੱਕ ਗਿਆ। ਜਿਵੇਂ ਹੀ ਕੈਨੇਡਾ ਭਰ ਵਿੱਚ ਕੋਵਿਡ-19 ਤੋਂ ਉਭਰਨ ਦੇ ਵਾਸਤੇ ਆਰਥਿਕਤਾ ਸੰਬੰਧੀ ਢਿੱਲ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਉਸੇ ਤਰ੍ਹਾਂ ਵੱਖੋ ਵੱਖਰੇ ਸੂਬੇ PNP ਦੇ ਵਾਸਤੇ ਵੀ ਇਨਵੀਟੇਸ਼ਨ ਭੇਜਣੇ ਸ਼ੁਰੂ ਕਰ ਚੁੱਕੇ ਨੇ। ਸਸਕੈਚੁਅਨ ਦੇ ਵੱਲੋਂ ਕਾਫੀ ਦਿਨ ਦੇ ਬਾਅਦ ਮਈ 28 ਯਾਨੀ ਕਿ ਕੱਲ 252 ਇਨਵੀਟੇਸ਼ਨ ਪ੍ਰਵਾਸੀਆਂ ਨੂੰ ਭੇਜੇ ਗਏ ਨੇ, ਜੋ ਕਿ PR ਵਾਸਤੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਾਸਤੇ ਹੈ, ਜੋ ਸੂਬੇ ਦੇ ਵੱਲੋਂ ਹੁੰਦੀ ਹੈ। ਸਸਕੈਚੁਅਨ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਅਧੀਨ ਯਾਨੀ ਕਿ SINP ਦੇ ਅਧੀਨ ਵੱਖੋ ਵੱਖਰੇ ਅਰਜ਼ੀ ਧਾਰਕਾਂ ਨੂੰ ਜੋ ਇਹ 252 ਇਨਵੀਟੇਸ਼ਨ ਭੇਜੇ ਗਏ ਨੇ ਉਹ ਇੰਟਰਨੈਸ਼ਨਲ ਸਕਿਲਡ ਵਰਕਰ ਕੈਟੇਗਰੀ ਦੇ ਵਿੱਚ ਆਉਂਦੇ ਨੇ, ਜਿਸ ਦੇ ਅਧੀਨ ਦੋ ਤਰ੍ਹਾਂ ਦੇ ਕੈਟੇਗਰੀਜ਼ ਆਉਂਦੀਆਂ ਨੇ, ਐਕਸਪ੍ਰੈਸ ਐਂਟਰੀ ਤੇ ਆਕੂਪੇਸ਼ਨਸ ਇਨ ਡਿਮਾਂਡ। ਦੋਨਾਂ ਦੇ ਵਾਸਤੇ ਵੱਖੋ ਵੱਖਰੇ ਇਨਵੀਟੇਸ਼ਨ ਭੇਜੇ ਗਏ ਨੇ, ਜੋ ਕੁੱਲ 252 ਨੇ। ਇਸ ਸੰਬੰਧੀ ਜ਼ਿਕਰਯੋਗ ਹੈ ਕਿ PNP ਪ੍ਰੋਗਰਾਮ ਦੇ ਲਈ ਸਸਕੈਚਵਨ ਦੇ ਵਿੱਚ ਆਖਰੀ ਵਾਰ ਮਾਰਚ 26 ਨੂੰ ਡਰਾਅ ਨਿਕਲਿਆ ਸੀ ਜਦੋਂ ਇਨਵੀਟੇਸ਼ਨ ਭੇਜੇ ਗਏ ਸਨ, ਤੇ ਮਾਰਚ 26 ਤੋਂ ਬਾਅਦ ਹੁਣ ਸਿੱਧਾ ਮਈ 28 ਨੂੰ ਡਰਾਅ ਕੱਢਿਆ ਗਿਆ। ਦੋਵੇਂ ਸਬ ਕੈਟਾਗਰੀਜ਼ ਦੇ ਵਾਸਤੇ ਘੱਟੋ ਘੱਟ ਡਰਾਅ 78 ਪੁਆਇੰਟਸ ਦਾ ਨਿਕਲਿਆ, ਜੋ ਕਿ ਮਈ 28 ਨੂੰ ਨਿਕਲਿਆ। ਫੈਡਰਲ ਐਕਸਪ੍ਰੈਸ ਐਂਟਰੀ ਪੂਲ ਦੇ ਵਾਸਤੇ ਸਸਕੈਚੁਅਨ ਵਿੱਚ 127 ਇਨਵੀਟੇਸ਼ਨ ਭੇਜੇ ਗਏ ਨੇ। ਇਹ ਉਹ ਐਕਸਪ੍ਰੈਸ ਐਂਟਰੀ ਸਿਸਟਮ ਹੈ ਜਿਸ ਦੇ ਅਧੀਨ 3 ਵੱਖੋ ਵੱਖਰੇ ਇਮੀਗ੍ਰੇਸ਼ਨ ਪ੍ਰੋਗਰਾਮ ਆਉਂਦੇ ਨੇ, ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ, ਜਿਸ ਦੇ ਤਹਿਤ ਸਸਕੈਚੁਅਨ ਦੇ ਵਿੱਚ ਇਨਵੀਟੇਸ਼ਨ ਦਿੱਤੇ ਗਏ ਨੇ। ਤਾਂ ਦੂਜੇ ਪਾਸੇ ਆਕੂਪੇਸ਼ਨਸ ਇਨ ਡਿਮਾਂਡ ਦੇ ਵਾਸਤੇ 125 ਇਨਵੀਟੇਸ਼ਨ ਦਿੱਤੇ ਗਏ ਨੇ, ਜੋ ਕਿ ਸੂਬੇ ਪੱਧਰ ਦੇ ਉੱਤੇ ਨੋਮੀਨੇਸ਼ਨ ਦੇ ਲਈ ਨੇ, ਤੇ ਜਿਸ ਦੇ ਵਿੱਚ ਵੀ ਸਕੋਰ ਘੱਟੋ ਘੱਟ 78 ਤੱਕ ਗਿਆ। ਸਰਕਾਰ ਦੇ ਵੱਲੋਂ ਵੈਬਸਾਈਟ ਦੇ ਉੱਤੇ ਸਾਰੀ ਜਾਣਕਾਰੀ ਸੰਬੰਧੀ ਸਾਂਝੀ ਕੀਤੀ ਗਈ ਹੈ।
ਵੱਖੋ ਵੱਖਰੀਆਂ 에ਅਰਲਾਈਨਸ ਤੋਂ ਲੋਕਾਂ ਦੇ ਵੱਲੋਂ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਰਿਹਾ, ਮੰਗ ਕਰਦੇ ਹੋਏ ਕਿ ਜਿਹੜੀਆਂ ਵੀ ਉਹਨਾਂ ਦੀ ਟਿਕਟਸ ਦੇ ਪੈਸੇ ਨੇ ਉਹ ਦੁਬਾਰਾ ਤੋਂ ਮੋੜੇ ਜਾਣ। ਪਰ 에ਅਰਲਾਈਨਸ ਦੇ ਵੱਲੋਂ ਸਰਕਾਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਫੇਲ ਹੋ ਜਾਣਗੇ ਜੇਕਰ ਉਹ ਪੈਸੇ ਮੋੜ ਦਿੰਦੇ ਨੇ, ਕਿਉਂਕਿ ਇਸ ਸਮੇਂ ਉਹਨਾਂ ਦੀ ਕਮਾਈ ਵੀ ਬਿਲਕੁਲ ਨਹੀਂ ਹੈਗੀ ਤੇ ਕਈ 에ਅਰਲਾਈਨਸ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਉਹ ਬੈਂਕਰਪਟ ਹੋ ਸਕਦੀਆਂ ਨੇ ਜੇਕਰ ਅਜਿਹੇ ਹੀ ਹਾਲਾਤ ਚੱਲਦੇ ਰਹੇ। ਤੇ ਅਜਿਹੇ ਵਿੱਚ ਉਹਨਾਂ ਨੂੰ ਪੈਸੇ ਮੋੜਨ ਨੂੰ ਕਹਿ ਕੇ ਇਸ ਦੌਰਾਨ ਟਰਾਂਸਪੋਰਟ ਮੰਤਰਾਲੇ ਤੋਂ ਟਰਾਂਸਪੋਰਟ ਮੰਤਰੀ ਨੇ ਜੋ ਕੈਨੇਡਾ ਦੇ, ਉਹਨਾਂ ਨੇ ਅੱਜ ਬਿਆਨ ਜਾਰੀ ਕੀਤਾ ਹੈ ਕਿ ਜੇਕਰ 에ਅਰਲਾਈਨਸ ਦੇ ਉੱਤੇ ਦਬਾਅ ਪਾਇਆ ਜਾਂਦਾ ਹੈ ਕਿ ਉਹ ਕਿਰਾਏ ਜੋ ਉਹਨਾਂ ਨੇ ਲਏ ਸੀ ਉਹ ਟਿਕਟਸ ਦੇ ਪੈਸੇ ਵਾਪਸ ਕਰ ਦੇਣਗੇ 에ਅਰਲਾਈਨਸ, ਤਾਂ 에ਅਰਲਾਈਨਸ ਫੇਲ ਹੋ ਜਾਣਗੀਆਂ। ਇਸ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ। ਇਹੋ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕਿ 에ਅਰਲਾਈਨਸ ਦੇ ਉੱਤੇ ਜ਼ਿਆਦਾ ਦਬਾਅ ਸਰਕਾਰਾਂ ਵੱਲੋਂ ਬਣਾਇਆ ਨਹੀਂ ਜਾ ਰਿਹਾ ਟਿਕਟਸ ਦੇ ਪੈਸੇ ਵਾਪਸ ਕਰਨ ਨੂੰ ਲੈ ਕੇ, ਪਰ ਲੋਕਾਂ ਦੇ ਵੱਲੋਂ ਸਰਕਾਰਾਂ ਦੇ ਉੱਤੇ ਦਬਾਅ ਜ਼ਰੂਰ ਬਣਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਦੇ ਪੈਸੇ ਵਾਪਸ ਮੁੜ ਆਉਣ। ਪਰ ਕਈ 에ਅਰਲਾਈਨਸ ਜਿਵੇਂ ਕਿ ਏਅਰ ਕੈਨੇਡਾ ਦੇ ਵੱਲੋਂ ਕਈ ਵੱਖੋ ਵੱਖਰੀਆਂ ਚੋਣਾਂ ਦੇ ਦਿੱਤੀਆਂ ਗਈਆਂ ਨੇ ਲੋਕਾਂ ਨੂੰ ਕਿ ਜਾਂ ਤਾਂ ਹੋਸਟ ਦੇ ਵਿੱਚ ਆਪਣੇ ਪੈਸੇ ਰੱਖ ਸਕਦੇ ਨੇ ਕਿ ਉਸੇ ਟਿਕਟ ਦੇ ਪੈਸੇ ਨੂੰ ਅਗਰ ਭਵਿੱਖ ਵਿੱਚ ਕੋਈ ਹੋਰ ਟਿਕਟ ਲੈਣਾ ਚਾਹੁੰਦੇ ਨੇ ਉਸ ਦੇ ਵਿੱਚ ਅੱਗੇ ਉਹ ਟਰਾਂਸਫਰ ਕਰ ਦੇਣਗੇ। ਤੇ ਇਸੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਪੁਆਇੰਟ ਸਿਸਟਮ ਦੇ ਅਧੀਨ ਵੀ ਮਦਦ ਦਿੱਤੀ ਜਾ ਰਹੀ ਹੈ ਕਿ ਨਾ ਉਹਨਾਂ ਨੂੰ ਪੈਸੇ ਮੋੜਨੇ ਪੈਣ ਤੇ ਜਿਹੜੇ ਗ੍ਰਾਹਕ ਨੇ ਉਹਨਾਂ ਦੇ ਪੈਸੇ ਕਿਤੇ ਨਾ ਕਿਤੇ ਅੱਗੇ ਜਾ ਕੇ ਲੱਗ ਜਾਣ। ਤਾਂ ਇਸੇ ਸੰਬੰਧੀ ਉਹਨਾਂ ਨੇ ਵੱਖੋ ਵੱਖਰੀਆਂ ਚੋਣਾਂ ਤਾਂ ਦਿੱਤੀਆਂ ਨੇ, ਪਰ ਜਿਨ੍ਹਾਂ ਦੇ ਰਿਫੰਡੇਬਲ ਸੀਗੀ ਟਿਕਟ ਸਿਰਫ ਉਹਨਾਂ ਨੂੰ ਰਿਫੰਡ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਰਿਫੰਡੇਬਲ ਨਹੀਂ ਸੀ ਉਹਨਾਂ ਨੂੰ ਫਿਲਹਾਲ ਰਿਫੰਡ ਨਹੀਂ ਕੀਤੀ ਜਾ ਰਹੀ ਹੈ। ਤੇ ਲੋਕਾਂ ਦੇ ਵੱਲੋਂ ਬਾਰ-ਬਾਰ ਮੰਗ ਤਾਂ ਕੀਤੀ ਜਾ ਰਹੀ ਹੈ ਕਿ ਕਿਉਂਕਿ ਕਈਆਂ ਦੇ ਵੱਲੋਂ ਸਾਲ ਬਾਅਦ ਦੀ ਜਾਂ 6 ਮਹੀਨੇ ਬਾਅਦ ਦੀਆਂ ਟਿਕਟਾਂ ਬੁੱਕ ਕਰਵਾਈਆਂ ਗਈਆਂ ਸਨ, ਪਰ ਹੁਣ ਇਸ ਸਮੇਂ ਜਿਵੇਂ ਕਿ ਆਵਾਜਾਈ ਪ੍ਰਭਾਵਿਤ ਹੋਈ ਹੈ ਤੇ ਦੇਸ਼ ਤੋਂ ਬਾਹਰ ਲੋਕ ਨਹੀਂ ਜਾ ਰਹੇ ਤਾਂ ਉਹ ਰਿਫੰਡ ਦੀ ਮੰਗ ਕਰ ਰਹੇ ਨੇ, ਪਰ ਇਸ ਦੌਰਾਨ ਉਹਨਾਂ ਨੂੰ ਪੈਸੇ ਨਹੀਂ ਮੋੜੇ ਜਾ ਰਹੇ, ਜਿਸ ਤੋਂ ਬਾਅਦ ਫਿਰ ਸਰਕਾਰਾਂ ਉੱਤੇ, ਮੰਤਰੀਆਂ ਦੇ ਉੱਤੇ ਉਸ ਦਾ ਦਬਾਅ ਬਣਾਇਆ ਜਾ ਰਿਹਾ ਹੈ। ਪਰ ਉਹਨਾਂ ਦੇ ਵੱਲੋਂ ਵੀ ਸਾਫ਼ ਹੁਣ ਕਹਿ ਦਿੱਤਾ ਗਿਆ, ਜਿਵੇਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ 에ਅਰਲਾਈਨਸ ਦੇ ਉੱਤੇ ਜੇਕਰ ਟਿਕਟਾਂ ਦੇ ਪੈਸੇ ਮੋੜਨ ਨੂੰ ਲੈ ਕੇ ਜ਼ਿਆਦਾ ਦਬਾਅ ਬਣਾਇਆ ਗਿਆ ਤਾਂ 에ਅਰਲਾਈਨਸ ਫੇਲ ਹੋ ਸਕਦੀਆਂ ਨੇ। ਅਗਲੀ ਖਬਰ ਨੋਵਾ ਸਕੋਸ਼ੀਆ ਤੋਂ ਹੈ। ਨੋਵਾ ਸਕੋਸ਼ੀਆ ਵਿੱਚ ਜਿਵੇਂ ਕਿ ਐਲਾਨ ਕੀਤਾ ਗਿਆ ਕਿ ਜੂਨ 5 ਤੋਂ ਕਈ ਬਿਜ਼ਨਸ ਖੋਲ੍ਹ ਦਿੱਤੇ ਜਾਣਗੇ, ਜਿਸ ਦੇ ਵਿੱਚ ਜੋ ਸੈਲੂਨ ਵੀ ਆਉਂਦੇ ਨੇ ਤੇ ਬਾਰ ਵੀ ਆਉਂਦੇ ਨੇ ਤੇ ਇਸ ਦੇ ਨਾਲ ਹੀ ਹੋਰ ਕਈ ਬਿਜ਼ਨਸ ਨੇ ਜਿਨ੍ਹਾਂ ਨੂੰ ਖੋਲ੍ਹਣ ਦੇ ਵਾਸਤੇ ਤਾਂ ਕਹਿ ਦਿੱਤਾ ਗਿਆ, ਪਰ ਉਹਨਾਂ ਵਿੱਚੋਂ ਕੁਝ ਬਿਜ਼ਨਸਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਤਿਆਰ ਨਹੀਂ ਨੇ 5 ਜੂਨ ਤੋਂ ਆਪਣੇ ਬਿਜ਼ਨਸ ਨੂੰ ਖੋਲ੍ਹਣ ਦੇ ਵਾਸਤੇ, ਕਿਉਂਕਿ ਸੁਰੱਖਿਆ ਦੇ ਲਈ ਕਈ ਕਦਮ ਚੁੱਕਣੇ ਪੈਣੇ ਨੇ, ਸ਼ੀਲਡਾਂ ਲਾਉਣੀਆਂ ਨੇ ਤੇ ਉਸ ਦੇ ਲਈ ਥੋੜ੍ਹਾ ਕਈਆਂ ਨੂੰ ਨਿਰਮਾਣ ਵੀ ਕਰਵਾਉਣਾ ਪੈ ਸਕਦਾ ਹੈ। ਸਟਾਫ ਮੈਂਬਰ ਤੇ ਗ੍ਰਾਹਕਾਂ ਦੇ ਦਰਮਿਆਨ ਕਿਸ ਤਰ੍ਹਾਂ ਦੂਰੀ ਨੂੰ ਬਣਾ ਕੇ ਰੱਖਿਆ ਜਾਵੇ ਤੇ ਗ੍ਰਾਹਕ ਜਦੋਂ ਆਉਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਕਿਹਾ ਜਾਵੇ ਕਿ ਸੁਰੱਖਿਆ ਦਾ ਧਿਆਨ ਰੱਖਣਾ ਤੇ ਬਿਜ਼ਨਸ ਦੇ ਅੰਦਰ ਜ਼ਿਆਦਾ ਗਿਣਤੀ ਦੇ ਵਿੱਚ ਗ੍ਰਾਹਕਾਂ ਨੂੰ ਨਹੀਂ ਆਉਣ ਦਿੱਤਾ ਜਾਵੇਗਾ। ਤਾਂ ਇਸ ਸੰਬੰਧੀ ਜੋ ਵੱਖੋ ਵੱਖਰੇ ਫੈਸਲੇ ਲੈਣੇ ਨੇ ਤਾਂ ਉੱਥੇ ਬਿਜ਼ਨਸਿਸ ਨੂੰ ਇਹ ਵੀ ਦੇਖਣਾ ਪੈਣਾ ਕਿ ਜੇਕਰ ਵੱਡੀ ਗਿਣਤੀ 'ਚ ਲੋਕ ਆ ਵੀ ਜਾਂਦੇ ਨੇ ਉਹ ਉਹਨਾਂ ਦੇ ਬਿਜ਼ਨਸ ਦੇ ਬਾਹਰ ਵੀ ਮੌਜੂਦ ਹੋਣਗੇ ਤਾਂ ਕੀ ਉਹਨਾਂ ਦੇ ਉੱਥੇ ਖੜਨ ਦੇ ਵਾਸਤੇ ਵੀ ਥਾਂ ਹੋਵੇਗੀ ਕਿ ਨਹੀਂ, ਤੇ ਉਸ ਥਾਂ ਦੇ ਵਿੱਚ ਕੀ ਉਹ ਵਿੱਥ ਬਣਾ ਕੇ ਇੱਕ ਦੂਜੇ ਤੋਂ ਖੜਨ ਸਕਣਗੇ ਕਿ ਨਹੀਂ। ਤੇ ਕਈ ਬਿਜ਼ਨਸਿਸ ਦੇ ਲਈ ਇਸ ਚੀਜ਼ ਨੂੰ ਲੈ ਕੇ ਜੋ ਚੁਣੌਤੀਆਂ ਆ ਰਹੀਆਂ ਨੇ ਤੇ ਸੁਰੱਖਿਆ ਨੂੰ ਲੈ ਕੇ ਵੀ, ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 5 ਜੂਨ ਤੋਂ ਸ਼ਾਇਦ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾ ਤਿਆਰ ਕਰ ਪਾਉਣ ਕਿ ਉਹ ਆਪਣੇ ਬਿਜ਼ਨਸ ਮੁੜ ਤੋਂ ਸ਼ੁਰੂ ਕਰ ਸਕਣ, ਕਿਉਂਕਿ ਜੋ ਹਦਾਇਤਾਂ ਲਾਈਆਂ ਗਈਆਂ ਨੇ ਉਹਨਾਂ ਦੇ ਮੁਤਾਬਕ ਹੀ ਬਿਜ਼ਨਸ ਖੋਲ੍ਹੇ ਜਾ ਸਕਦੇ ਨੇ ਤੇ ਉਹਨਾਂ ਸ਼ਰਤਾਂ ਨੂੰ ਪੂਰਾ ਕਰਨ ਦੇ ਵਾਸਤੇ ਹੋ ਸਕਦਾ ਹੈ ਕਿ ਕੁਝ ਬਿਜ਼ਨਸਿਸ ਨੂੰ ਹੋਰ ਜ਼ਿਆਦਾ ਸਮਾਂ ਲੱਗ ਜਾਵੇ। ਅਗਲੀ ਖਬਰ ਕੁਝ ਉਸੇ ਜਾਣਕਾਰੀ ਦੇ ਨਾਲ ਸੰਬੰਧਿਤ ਹੈ ਜੋ ਕੱਲ੍ਹ ਤੁਹਾਨੂੰ ਖਬਰ ਦੱਸੀ ਸੀ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਵੈਬਸਾਈਟ ਦੇ ਉੱਤੇ ਇੱਕ ਪੋਰਟਲ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਨੌਕਰੀਆਂ ਸਿੱਧੇ ਤੌਰ ਦੇ ਉੱਤੇ ਲੋਕਾਂ ਨੂੰ ਮਿਲ ਜਾਣਗੀਆਂ। ਤੇ ਉਸ ਦੇ ਬਾਰੇ ਜਾਣਕਾਰੀ ਹੈ ਕਿ ਹੁਣ ਤੱਕ ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਖੇਤੀਬਾੜੀ ਦੇ ਕਾਮੇ ਨੇ ਉਹਨਾਂ ਦੀ ਘਾਟ ਦੇ ਕਰਕੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਜੋ ਫਾਰਮਾਂ ਦੇ ਮਾਲਕ ਨੇ, ਜਿੱਥੇ ਕਿ 8000 ਦੇ ਕਰੀਬ ਕਾਮਿਆਂ ਦੀ ਕਮੀ ਇਸ ਸਮੇਂ ਮਹਿਸੂਸ ਕੀਤੀ ਜਾ ਰਹੀ ਹੈ। ਕੋਵਿਡ-19 ਦੇ ਕਰਕੇ ਜੋ ਲੋਕ ਕਈ ਬਾਹਰਲੇ ਮੁਲਕਾਂ ਤੋਂ ਨਹੀਂ ਆ ਸਕੇ, ਸੀਜ਼ਨਲ ਕਾਮੇ ਜੋ ਆਉਂਦੇ ਸੀ ਉਹ ਨਹੀਂ ਆ ਸਕੇ ਤੇ ਬੇਰੀ ਦੀ ਖੇਤੀ ਦੇ ਉੱਤੇ ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪਵੇਗਾ, ਇਸ ਦੇ ਬਾਰੇ ਦਾਅਵਾ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਖੇਤੀਬਾੜੀ ਕਾਮਿਆਂ ਦੀ ਕਮੀ ਇਸ ਸਮੇਂ ਵੱਡੀ ਚੁਣੌਤੀ ਬਣ ਗਈ ਹੈ। ਕੋਵਿਡ-19 ਦੇ ਕਰਕੇ ਹਾਲਾਤ ਹੋਰ ਜ਼ਿਆਦਾ ਲੰਮੇ ਚੱਲਦੇ ਜਾ ਰਹੇ ਨੇ ਜਿਹੋ ਜਿਹੇ ਚੱਲ ਰਹੇ ਨੇ, ਜਿਸ ਕਰਕੇ ਸੀਜ਼ਨਲ ਕਾਮੇ ਕੈਨੇਡਾ ਦੇ ਵਿੱਚ ਨਹੀਂ ਪਹੁੰਚ ਪਾਏ ਤੇ ਹੁਣ ਤੱਕ 6000 ਤੋਂ 8000 ਸੀਜ਼ਨਲ ਐਗਰੀਕਲਚਰ ਕਾਮੇ ਨੇ ਜੋ ਉਹਨਾਂ ਦੀ ਕਮੀ ਵੱਡੀ ਚੁਣੌਤੀ ਬਣੀ ਹੋਈ ਹੈ, ਜੋ ਕਿ ਸੂਬੇ ਭਰ ਦੇ ਵਿੱਚ ਹੈ। ਸੂਬੇ ਭਰ ਦੇ ਵਿੱਚ ਖਾਸ ਤੌਰ ਦੇ ਉੱਤੇ ਬੇਰੀ ਦੀ ਪੈਦਾਵਾਰ ਕਰਨ ਵਾਲੇ ਇਸ ਸਮੇਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਨੇ, ਕਿਉਂਕਿ ਬੇਰੀ ਦੇ ਸੀਜ਼ਨ ਦੌਰਾਨ ਇਸ ਵਾਰ ਉਹਨਾਂ ਨੂੰ ਕੋਵਿਡ-19 ਦੇ ਕਰਕੇ ਕਾਮੇ ਬਹੁਤ ਘੱਟ ਮਿਲ ਰਹੇ ਨੇ ਤੇ ਕਾਮਿਆਂ ਦੀ ਕਮੀ ਕਰਕੇ ਹੋ ਸਕਦਾ ਹੈ
कि ਵੱਖੋ ਵੱਖਰੀਆਂ ਜਿਹੜੀਆਂ ਫਸਲਾਂ ਇਸ ਸਮੇਂ ਚੱਲ ਰਹੀਆਂ ਨੇ ਤੇ ਉਗਾਈਆਂ ਜਾ ਰਹੀਆਂ ਨੇ ਉਹਨਾਂ ਦੀ ਪੈਦਾਵਾਰ ਘਟ ਜਾਵੇ ਤੇ ਆਉਂਦੇ ਸਮੇਂ ਦੇ ਵਿੱਚ ਫਿਰ ਉਹ ਜਦੋਂ ਅੱਗੇ ਉਹਨਾਂ ਦੇ ਪ੍ਰੋਡਕਟ ਤਿਆਰ ਹੁੰਦੇ ਨੇ ਤੇ ਜਿੱਥੇ ਜਿੱਥੇ ਉਹ ਪਹੁੰਚਦੀਆਂ ਨੇ ਉੱਥੇ ਉਹਨਾਂ ਦੀ ਕਮੀ ਆ ਜਾਵੇ, ਜਿਸ ਦੇ ਕਰਕੇ ਹੋ ਸਕਦਾ ਹੈ ਕਿ ਆਉਂਦੇ ਸਮੇਂ ਵਿੱਚ ਭੋਜਨ ਮਹਿੰਗਾ ਵੀ ਹੋ ਜਾਵੇ, ਕਿਉਂਕਿ ਇਸ ਗੱਲ ਦੀ ਚੇਤਾਵਨੀ ਪਹਿਲਾਂ ਕੈਨੇਡਾ ਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਦਿੱਤੀ ਜਾ ਚੁੱਕੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਕਾਮਿਆਂ ਦੀ ਘਾਟ ਚੱਲ ਰਹੀ ਹੈ ਖੇਤੀਬਾੜੀ ਨੂੰ ਲੈ ਕੇ, ਉਸ ਘਾਟ ਨੂੰ ਪੂਰਾ ਕਰਨ ਵਾਸਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਵੀ ਅੱਗੇ ਆ ਕੇ ਮਦਦ ਕੀਤੀ ਜਾ ਰਹੀ ਹੈ, ਜਿਸ ਲਈ ਕੱਲ੍ਹ ਵੀ ਅਸੀਂ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਦੱਸਿਆ ਸੀ ਤੁਹਾਨੂੰ ਕਿ ਸਰਕਾਰ ਨੇ ਆਪਣੀ ਵੈਬਸਾਈਟ ਦੇ ਉੱਤੇ ਇੱਕ ਜੌਬ ਪੋਰਟਲ ਲਾਂਚ ਕੀਤਾ ਹੈ, ਜਿਸ ਦੇ ਵਿੱਚ ਕਾਮਿਆਂ ਨੂੰ ਤਾਂ ਕਿ ਜਿਹੜੇ ਕੰਮ ਲੱਭ ਰਹੇ ਨੇ ਇਸ ਸਮੇਂ ਫਾਰਮਾਂ ਦੇ ਵਿੱਚ ਕੰਮ ਵਾਸਤੇ ਵੱਖੋ ਵੱਖਰੀਆਂ ਨੌਕਰੀਆਂ ਸਿੱਧੀਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਜਿੱਥੇ ਉਹ ਅਪਲਾਈ ਕਰ ਸਕਦੇ ਨੇ ਤੇ ਸਿੱਧਾ ਕੰਮ ਕਰਨਾ ਸ਼ੁਰੂ ਕਰ ਸਕਦੇ ਨੇ, ਜੋ ਕਿ BC ਫਾਰਮ, ਫਿਸ਼, ਫੂਡ, ਜੌਬ ਕਨੈਕਟਰ ਤੇ ਵੱਖੋ ਵੱਖਰੇ ਖੇਤੀਬਾੜੀ ਨਾਲ ਸੰਬੰਧਿਤ ਕੰਮ ਨੇ, ਜਿਸ ਦੇ ਵਾਸਤੇ ਕਾਮਿਆਂ ਦੀ ਲੋੜ ਹੈ ਤੇ ਇਸ ਪੋਰਟਲ ਦੇ ਰਾਹੀਂ ਜਾ ਕੇ ਨੌਕਰੀਆਂ ਲਈਆਂ ਜਾ ਸਕਦੀਆਂ ਨੇ, ਕਿਉਂਕਿ ਇਸ ਸਮੇਂ ਜੋ ਫੋਰਨ ਵਰਕਰ ਨੇ ਉਹ ਨਹੀਂ ਪਹੁੰਚ ਪਾਏ, ਜੋ ਕਿ ਸੀਜ਼ਨਲ ਵਰਕਰ ਹੁੰਦੇ ਨੇ ਉਹ, ਤੇ ਜਿਸ ਕਰਕੇ ਕਾਫੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਉਂਦੇ ਸਮੇਂ ਦੇ ਵਿੱਚ ਇਸ ਦਾ ਮਾੜਾ ਪ੍ਰਭਾਵ ਵੀ ਦੇਖਿਆ ਜਾ ਸਕਦਾ ਹੈ। ਅਗਲੀ ਖਬਰ ਹੈ ਕਿ ਰਿਚਮੰਡ RCMP ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉੱਥੇ ਇੱਕ ਮਾਮਲਾ ਕੁਝ ਦਿਨ ਪਹਿਲਾਂ ਵਾਪਰਿਆ ਸੀ, ਪਰ ਉਸ ਦੇ ਬਾਰੇ ਜਾਣਕਾਰੀ ਇਸ ਕਰਕੇ ਸਾਂਝੀ ਕੀਤੀ ਗਈ ਹੈ ਕਿ ਨਸਲੀ ਟਿੱਪਣੀਆਂ ਜਾਂ ਨਸਲੀ ਹਮਲਿਆਂ ਦਾ ਜੇਕਰ ਕਿਸੇ ਨੂੰ ਵੀ ਸ਼ਿਕਾਰ ਬਣਾਇਆ ਜਾਂਦਾ ਤਾਂ ਪੁਲਿਸ ਨੂੰ ਉਸ ਦੀ ਖਬਰ ਜ਼ਰੂਰ ਦਿੱਤੀ ਜਾਵੇ, ਉਸ ਨੂੰ ਅਣਗੌਲਿਆ ਨਾ ਕੀਤਾ ਜਾਵੇ, ਕਿਉਂਕਿ ਜਿੰਨੇ ਜ਼ਿਆਦਾ ਇਹ ਮਾਮਲੇ ਪੁਲਿਸ ਦੀ ਨਜ਼ਰ ਦੇ ਵਿੱਚ ਆਉਣਗੇ ਉਨਾ ਜ਼ਿਆਦਾ ਉਹਨਾਂ ਨੂੰ ਸਮਝ ਆਵੇਗਾ ਕਿ ਕਿਹੜੇ ਖੇਤਰ ਦੇ ਵਿੱਚ ਨਸਲੀ ਟਿੱਪਣੀਆਂ ਤੇ ਨਸਲੀ ਹਮਲੇ ਲਗਾਤਾਰ ਹੋ ਰਹੇ ਨੇ ਤੇ ਉਸ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਉਸ ਮੁਤਾਬਕ ਹੀ ਕਦਮ ਚੁੱਕੇ ਜਾ ਸਕਦੇ ਨੇ। ਰਿਚਮੰਡ RCMP ਨੇ ਮਈ 17, 2020 ਨੂੰ ਵਾਪਰੇ ਇੱਕ ਮਾਮਲੇ ਦੇ ਬਾਰੇ ਜਾਣਕਾਰੀ ਦਿੱਤੀ ਹੈ। ਦੁਪਹਿਰ ਨੂੰ 2 ਵਜੇ ਦੇ ਕਰੀਬ ਸਟੀਵਸਟਨ ਹਾਈਵੇ ਤੇ ਨੰਬਰ 5 ਰੋਡ ਦੇ ਉੱਤੇ ਇਹ ਵਾਪਰਿਆ ਸੀ, ਜਦੋਂ ਇੱਕ ਵਿਅਕਤੀ ਵੱਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ ਤਾਂ ਉੱਥੋਂ ਸ਼ੱਕੀ ਵਿਅਕਤੀ ਚਲਾ ਜਾ ਚੁੱਕਾ ਸੀ ਤੇ ਜਦੋਂ ਪੁਲਿਸ ਨੇ ਪੁੱਛਿਆ ਤਾਂ ਉੱਥੇ ਮੌਜੂਦ ਜਿਸ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਉਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਸਨੇ 108-20 ਨੰਬਰ 5 ਰੋਡ ਦੇ ਉੱਤੇ ਆਪਣਾ ਵਾਹਨ ਪਾਰਕ ਕੀਤਾ ਹੋਇਆ ਸੀ ਕਿ ਇੱਕ ਨੀਲੇ ਰੰਗ ਦੀ BMW ਆਈ ਤੇ ਉਸ ਤੋਂ ਬਾਅਦ ਉਸ ਦੇ ਵਿੱਚੋਂ ਜੋ ਵਿਅਕਤੀ ਨਿਕਲਿਆ ਉਸਨੇ ਉਸ ਦੇ ਉੱਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਲਗਾਤਾਰ ਉਸ ਦੇ ਉੱਤੇ ਨਸਲੀ ਟਿੱਪਣੀਆਂ ਕਰ ਰਿਹਾ ਸੀ, ਜਿਸ ਤੋਂ ਬਾਅਦ ਉਹ ਵਿਅਕਤੀ ਜੋ ਪੀੜਤ ਹੈ ਨਸਲੀ ਟਿੱਪਣੀਆਂ ਕਰਨ ਵਾਲੇ ਵਿਅਕਤੀ ਤੋਂ ਬਚਣ ਵਾਸਤੇ ਮੁੜ ਤੋਂ ਆਪਣੀ ਗੱਡੀ ਦੇ ਵਿੱਚ ਚਲਿਆ ਗਿਆ ਤੇ ਗੱਡੀ ਨੂੰ ਲੌਕ ਕਰ ਲਿਆ, ਪਰ ਉਸ ਦੀ ਗੱਡੀ ਦੇ ਕੋਲ ਆ ਕੇ ਵੀ ਵਿਅਕਤੀ ਦੇ ਵੱਲੋਂ ਨਸਲੀ ਟਿੱਪਣੀਆਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਵਿਅਕਤੀ ਨੇ ਖੁਦ ਨੂੰ ਸੁਰੱਖਿਅਤ ਕਰਨ ਵਾਸਤੇ ਤੁਰੰਤ ਗੱਡੀ ਵਿੱਚੋਂ ਨਿਕਲ ਕੇ ਨਾਲ ਮੌਜੂਦ ਇੱਕ ਬਿਜ਼ਨਸ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਦੋਵਾਂ ਦਰਮਿਆਨ ਲੜਾਈ ਵੀ ਹੋਈ, ਜਿਸ ਦੌਰਾਨ ਪੁਲਿਸ ਨੇ ਦੱਸਿਆ ਕਿ ਕੁਝ ਦੇਰ ਬਾਅਦ ਹੀ ਸ਼ੱਕੀ ਵਿਅਕਤੀ ਨੂੰ ਉਹਨਾਂ ਨੇ ਪਛਾਣ ਲਿਆ ਤੇ ਗ੍ਰਿਫਤਾਰ ਵੀ ਕਰ ਲਿਆ, ਜੋ ਕਿ ਇੱਕ ਕੋਕੇਸ਼ੀਅਨ ਵਿਅਕਤੀ ਹੈ, 5 ਫੁੱਟ 8 ਇੰਚ ਉਸਦਾ ਕੱਦ ਹੈ ਤੇ ਇਸ ਸੰਬੰਧੀ ਪੁਲਿਸ ਨੇ ਕਿਹਾ ਕਿ ਇਹ ਨਸਲੀ ਟਿੱਪਣੀਆਂ ਦੇ ਅਜਿਹੇ ਮਾਮਲੇ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਉਹ ਇਹ ਵੀ ਕਹਿ ਰਹੇ ਨੇ ਕਿ ਉਹ ਜਾਣਦੇ ਨੇ ਕਿ ਬਹੁਤ ਸਾਰੇ ਅਜਿਹੇ ਵਿਅਕਤੀ ਹੈਗੇ ਨੇ ਜੋ ਕਿ ਨਸਲੀ ਟਿੱਪਣੀਆਂ ਨਾਲ ਸੰਬੰਧਿਤ ਜਾਂ ਫਿਰ ਨਸਲੀ ਹਮਲਿਆਂ ਨਾਲ ਸੰਬੰਧਿਤ ਮਾਮਲਿਆਂ ਨੂੰ ਲੁਕੋ ਵੀ ਰਹੇ ਨੇ, ਜੋ ਪੁਲਿਸ ਨੂੰ ਨਹੀਂ ਦੱਸਦੇ। ਤਾਂ ਉਸ ਸੰਬੰਧੀ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਤੁਰੰਤ ਇਸ ਦੇ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਤੇ ਰਿਚਮੰਡ RCMP ਦੇ ਵੱਲੋਂ ਇੱਥੇ ਇਸ ਘਟਨਾ ਦੇ ਬਾਰੇ ਇਹ ਵੀ ਮੰਗ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਵੀ ਡੈਸ਼ ਕੈਮ ਫੁਟੇਜ ਜਾਂ ਫਿਰ CCTV ਫੁਟੇਜ ਹੋਵੇ ਉਹ ਵੀ ਸਾਂਝੀ ਜ਼ਰੂਰ ਕੀਤੀ ਜਾਵੇ ਤੇ ਜਿਸ ਨੇ ਵੀ ਰਿਚਮੰਡ RCMP ਦੇ ਨਾਲ ਸਿੱਧਾ ਸੰਪਰਕ ਕਰਨਾ ਹੋਵੇ ਕਿਸੇ ਵੀ ਮਾਮਲੇ ਨੂੰ ਲੈ ਕੇ ਤਾਂ ਉਹ 6042781212 ਦੇ ਉੱਤੇ ਸਿੱਧਾ ਸੰਪਰਕ ਕਰ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਵਿੱਚ 1 ਜੂਨ ਤੋਂ ਜਿਵੇਂ ਆਪਣੀ ਮਰਜ਼ੀ ਨਾਲ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਭੇਜ ਸਕਦੇ ਨੇ ਤੇ ਹਫ਼ਤੇ ਵਿੱਚ 1 ਦਿਨ ਵਾਸਤੇ ਜਾਂ 2 ਦਿਨ ਵਾਸਤੇ ਜੋ ਸਕੂਲ ਲੱਗਣੇ ਸ਼ੁਰੂ ਹੋਣੇ ਨੇ, ਤਾਂ ਨਾਲ ਹੀ ਹੁਣ ਹਦਾਇਤ ਇਹ ਵੀ ਲਾ ਦਿੱਤੀ ਗਈ ਹੈ ਕਿ ਸਾਰੇ ਡਰਾਈਵਰਸ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਭੁੱਲੇ ਨਾ ਕਿ 1 ਜੂਨ ਤੋਂ ਸਕੂਲ ਜ਼ੋਨਸ ਦੇ ਵਿੱਚ 30 ਕਿਲੋਮੀਟਰ ਦੀ ਰਫ਼ਤਾਰ ਮੁੜ ਤੋਂ ਲਾਗੂ ਹੋ ਰਹੀ ਹੈ। ਸਵੇਰੇ 8 ਵਜੇ ਤੋਂ ਸ਼ਾਮੀ 5 ਵਜੇ ਤੱਕ ਐਬਸਫੋਰਡ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਜਾਰੀ ਕੀਤੀ ਗਈ ਹੈ। ਬਾਕੀ ਜੋ ਸਕੂਲਾਂ ਤੋਂ ਬਾਹਰ ਬੋਰਡ ਲੱਗੇ ਹੋਣਗੇ ਉਹਨਾਂ ਮੁਤਾਬਕ ਡਰਾਈਵਰ ਜ਼ਰੂਰ ਧਿਆਨ ਰੱਖਣ ਤੇ ਤੇਜ਼ ਰਫ਼ਤਾਰ ਦੇ ਵਿੱਚ ਸਕੂਲਾਂ ਦੇ ਅੱਗਿਓਂ ਨਾ ਲੰਘਣ। ਬ੍ਰਿਟਿਸ਼ ਕੋਲੰਬੀਆ ਵਿੱਚ ਜਿਵੇਂ ਕਿ ਜੂਨ 1 ਤੋਂ ਪਾਰਟ ਟਾਈਮ ਸਕੂਲ ਖੁੱਲ੍ਹਣ ਜਾ ਰਹੇ ਨੇ ਤੇ ਕਲਾਸਿਸ ਦੇ ਦੁਬਾਰਾ ਤੋਂ ਸ਼ੁਰੂ ਹੋਣ ਦੇ ਨਾਲ ਹੀ ਸਕੂਲ ਜ਼ੋਨਸ ਦੇ ਵਿੱਚ ਡਰਾਈਵਰਸ ਨੂੰ ਰਫ਼ਤਾਰ 30 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਸਵੇਰੇ 8 ਵਜੇ ਤੋਂ ਸ਼ਾਮੀ 5 ਵਜੇ ਤੱਕ ਰੱਖਣ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ,
खास तौर पर एबसफोर्ड पुलिस के वलों एक रिलीज़ जारी करके जानकारी दी गई है ते नाल ही सारे ड्राइवर्स नूं जागरूक रहण दे लई कहा गया है कि हुण मुड़ तो बच्चे स्कूलों दे विच जा रहे ने ते 1 जून तो इसका ध्यान रखा जाए कि किसी भी स्कूल जोन विच 30 किलोमीटर प्रति घंटे की रफ्तार नालों ज़्यादा रफ्तार के उत्ते गड्डी ना चलाई जाए, जिस दे उत्ते उन्हां नूं काफ़ी ज़्यादा सख्त कार्रवाई का सामना भी करना पै सकदा है ते नाल ही बच्चों की सुरक्षा का ध्यान रखा जाए, क्योंकि स्कूलों विचों जां फिर स्कूल वैनस दे विचों बच्चे एकदम निकल के बाहर आ सकते हैं ते गड्डी की स्पीड उस खेतर दे विच इन्नी घट होवे कि ताकि गड्डी नूं एकदम रोकिया जा सके जेकर कोई बच्चा अगे आ भी जाता है। तो इस दौरान खास तौर के उत्ते वक्खो वक्खरे खेतरां विच ड्राइवर्स नूं जागरूक किया जा रहा है। प्रधानमंत्री जस्टिन ट्रूडो ने मूल निवासियों की मदद वास्ते अज फंड जारी किया है, नाल ही डिप्टी प्राइम मिनिस्टर क्रिस्टिया फ्रीलैंड की जो प्रीमियर्स के नाल कल बैठक हुई सी, उस दे विच मुख किहड़ियां गल्लां रहियां उसका भी जिक्र प्रधानमंत्री ने अज किया। जस्टिन ट्रूडो वालों अपने भाषण में अज जो अहम गल्लां दसियां गईयां ने उस विच उन्होंने सब तो पहला दस्सिया कि कल डिप्टी प्राइम मिनिस्टर क्रिस्टिया फ्रीलैंड नाल सारे प्रीमियर्स ने बैठक की सी। कोविड-19 दौरान यह 11वीं बैठक हुई है फर्स्ट मिनिस्टर से दरमियान। इस नाल ही उन्होंने गल की कि बजुर्गों के वास्ते सूबे दे विच जेकर किते भी बुरा वतीरा किया जाता है, जिवें कि सीनियर होम्स तो क्यूबेक ते ओंटारियो तो सामने आया, वो बिल्कुल भी बर्दाश्त नहीं होवेगा। इस नाल ही सूबियां दे नाल गलबात की गई कि होर ज़्यादा बिजनेसिस नूं खोलण वास्ते सुरक्षा दे लई की कदम चुके जा सकते हैं ते नाल ही ये भी गल की गई कि लोगों नूं लक्षणां नाल कोविड-19 दे नाल छेती तो छेती किवें पछाणिया जा सकदा है, ताकि उन्हां नूं जिन्नी ज़्यादा छेती हो सकदा वक्रे तौर दे उत्ते रहण लई कह दिता जाए ताकि किते भी कोविड-19 ना फैले। इस नाल ही ये भी स्थाई बनाया गया कि जदों रिकवरी हो जाएगी कोविड-19 तो 10 दिन के वास्ते कैनेडा विच पेड सिक लीव भी दी जाएगी। ते अज जो ऐलान किया प्रधानमंत्री ने वो मूल निवासियों के वास्ते $650 मिलियन की मदद ऐलानी गई है। वक्खो वक्खरे तौर के उत्ते उस मदद नूं दिता जाएगा। मूल निवासी औरतों के वास्ते शैल्टर बनाउण लई $85 मिलियन होवेगा। कैनेडा विच जिन्ने भी व्यक्ति आना चाहते हैं उन्हां दे वास्ते खास जानकारी कैनेडा सरकार दे वल्लों जारी की गई है कि किस तरह वो अपना ध्यान रख सकते हैं ते किस तरह उन्होंने जानकारी देनी है। तो इस दे बारे एक रिपोर्ट TV पंजाब की सोशल मीडिया साइट्स के उत्ते भी असीं अपलोड की है, तुसीं वो देख सकते हो। पर उस दे विच सवाल सामने आए सी कि कित्थे तुसीं जानकारी दे सकते हो कि सरकार नूं तुसीं दस सकते हो कि तुहाडे कोल इंतजाम नहीं है कि 14 दिन वास्ते किवें ते कित्थे रहना तुसीं ते तां उस तो बाद उन्हां वल्लों मदद की जाएगी। तां वो एयरपोर्ट के उत्ते ही जिहड़े सवाल पूछे जाते हैं उत्थे जवाब देना तुसीं ते नाल ही जो अराइव कैन ARRIVECAN यह एप्लीकेशन है जो कि आईफोन के वास्ते भी तो एंड्रॉयड के वास्ते दोवां दे लई मौजूद हैगी है। तुसीं डाउनलोड कर सकते हो कैनेडा आउण तो पहलां। तो इस एप्लीकेशन जे तुसीं सारी जानकारी पहलां ही भर दिंदे हो, जिन्ने भी सवाल पूछे जाते हैं उस दे विच सारा कुछ आ जाएगा। तुहानूं ये नहीं फिर देखण दी लोड़ कि किहड़े सवाल का जवाब तुसीं कित्थे दसना। तो फिर जो तुसीं जवाब दे दिंदे हो तो ये सुखाला हो जाएगा कि जदों तुसीं पहुँचते हो बॉर्डर के उत्ते तो तुहानूं एंट्री के वास्ते ज़्यादा उड़ीक नहीं करनी पवेगी। ते नाल ही जिहड़े सवाल ये पूछे जा रहे हैं कि की सरकार दे वल्लों पैसे लए जाणगे, नहीं, सरकार दे वल्लों जो इंतजाम किए जाते हैं मदद के वास्ते वो खर्चा जिहड़ा उहदा सरकार खुद चुकदी है। तो बाकी जेकर कुछ होया भी तो एयरपोर्ट के उत्ते खुद तुहानूं उत्थे पता लग जाएगा। इस नाल ही अज दे इस बुलेटिन विच इन्ना ही। अंत विच मुड़ एक नज़र हैडलाइनस ते। सब तो पहला दसांगे कैनेडा भर विच कोरोना वायरस के किन्ने हो गए ने आंकड़े, हर सूबे दे विच किन्नियां हो चुकियां ने मौतां ते हर सूबे दे विच किन्ने व्यक्ति ठीक भी हो चुके ने। क्यूबेक विच 40 तो वध स्कूली बच्चियां ते स्टाफ मैंबर्स नूं 2 हफ्ते दे विच होया कोविड-19। 11 मई तो खोले गए सी स्कूल। कई सूबियां ने इमीग्रेशन का काम मुड़ तो किया शुरू। कल सस्कैचवन दे वल्लों सैकड़े व्यक्तियों नूं PR वास्ते दिते गए इनविटेशन। जेकर किराया मोड़न दे वास्ते दबाव पाया गया तो कैनेडा दियां एयरलाइनस हो जाणगियां फेल, कैनेडा के ट्रांसपोर्ट मंत्री ने बयान किया जारी। नोवा स्कोशिया विच जून 5 तो कई बिजनेस खोलण का किया होया ऐलान, पर कई बिजनेसिस ने कहा कि वो अजे तैयार नहीं। ब्रिटिश कोलंबिया दे विच खेती कामियां दी कमी दे करके वड्डियां चुनौतियां, करीब 8000 कामियां दी लोड़। रिचमंड RCMP ने जारी की जानकारी, एक व्यक्ति के उत्ते नस्ली हमला होया।
ਬ੍ਰਿਟਿਸ਼ ਕੋਲੰਬੀਆ ਵਿੱਚ ਜੂਨ 1 ਤੋਂ ਸਕੂਲ ਜ਼ੋਨ ਵਿੱਚ ਵਾਹਨਾਂ ਨੂੰ ਰਫ਼ਤਾਰ ਦਾ ਧਿਆਨ ਰੱਖਣ ਵਾਸਤੇ ਚੇਤਾਵਨੀ ਜਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਅੱਜ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। सत श्री अकाल जी, मैं निर्मल मान ऊड़ा डैट सेटलमेंट तो ये तुसी वीडियो देख रहे थे टीवी पंजाब के उत्ते। ਇਹੋ ਜਿਹੇ होर जानकारी भरपूर वीडियो देखने वास्ते टीवी पंजाब के चैनल में सबसक्राइब करो तो नाल हेठ दिते हुए बैल आइकन के बटन दबाओ। सत श्री अकाल।